1947 ਦਾ ਉਹ ਕਾਲਾ ਦੌਰ ਜਦੋਂ ਭਾਰਤ ਪਾਕਿਸਤਾਨ ਦਾ ਬਟਵਾਰਾ ਹੋਇਆ। ਕਈ ਸਿੱਖ ਹਿੰਦੂ ਮੁਸਲਮਾਨ ਕਤਲੇਆਮ ਹੋਏ ਅਤੇ ਕਈ ਘਰੋਂ ਬੇਘਰ। ਪਾਕਿਸਤਾਨ ਤੋਂ ਉਜੜ ਕੇ ਆਏ ਗਿਆਨੀ ਗੁਰਦੀਪ ਸਿੰਘ, ਜਿਨ੍ਹਾਂ ਨੇ 1947 ਦਾ ਕਾਲਾ ਦੌਰ ਅਤੇ ਆਪਣੇ ਪਰਿਵਾਰ ਦਾ ਕਤਲ ਹੁੰਦਿਆਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ। ਗਿਆਨੀ ਗੁਰਦੀਪ ਸਿੰਘ ਦੀਆਂ ਅੱਖਾਂ ਸਾਹਮਣੇ ਜਦ ਵੀ ਉਹ ਕਾਲਾ ਦੌਰ ਆਉਂਦਾ ਹੈ ਤਾਂ ਉਹਨਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਤਾਂ ਰੂਹ ਕੰਬ ਉੱਠਦੀ ਹੈ। 2019 ਦੀ ਪ੍ਰਕਾਸ਼ਿਤ ਹੋਈ ਇੱਕ ਕਿਤਾਬ ਬੁੱਢੇ ਖੇਂ ਦੀ ਹੂਕ, ਜਿਸ ਦੇ ਵਿੱਚ ਗਿਆਨੀ ਗੁਰਦੀਪ ਸਿੰਘ ਨੇ ਆਪਣੀ ਜੀਵਨੀ ਦੇ ਆਧਾਰ ਤੇ ਇੱਕ ਕਹਾਣੀ ਪ੍ਰਕਾਸ਼ਿਤ ਕੀਤੀ, ਜਿਸ ਦਾ ਸਿਰਲੇਖ ਸੀ ਜਦੋਂ ਅਸੀਂ ਇੱਕ ਕਹਾਣੀ ਬਣ ਗਏ। ਗਿਆਨੀ ਗੁਰਦੀਪ ਸਿੰਘ 1947 ਤੋਂ ਪਹਿਲਾਂ ਉਹਨਾਂ ਦੇ ਪਿਤਾ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਅਤੇ ਹੋਰ ਸਮਾਨ ਨੂੰ ਇੱਕ ਯਾਦਗਾਰੀ ਦੇ ਤੌਰ ਤੇ ਸੰਭਾਲ ਕੇ ਰੱਖਦੇ ਨੇ, ਜੋ ਕਿ ਉਹਨਾਂ ਨੂੰ ਉਹਨਾਂ ਦੇ ਪਿਤਾ ਦੇ ਸਦਾ ਆਪਣੇ ਨਾਲ ਹੋਣ ਦਾ ਅਹਿਸਾਸ ਦਿਵਾਉਂਦੀਆਂ ਨੇ। ਉੱਨੀ ਸੌ 47 ਦਾ ਉਹ ਮੰਜ਼ਰ ਜਿਹੜਾ ਕਿ ਕਦੀ ਵੀ ਦਿਲੋਂ ਭੁਲਾਇਆ ਨਹੀਂ ਜਾ ਸਕਦਾ। ਤੁਹਾਨੂੰ ਦੱਸ ਦਈਏ ਕਿ 1947 ਵਾਲੇ ਦਿਨ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਹੋਈ ਸੀ ਔਰ ਉਸ ਵੰਡ ਦੇ ਦੌਰਾਨ ਕਈ ਹਿੰਦੂ ਤੇ ਸਿੱਖ ਪਾਕਿਸਤਾਨ ਤੋਂ ਉਜੜ ਕੇ ਭਾਰਤ ਦੇ ਵਿੱਚ ਆਏ ਔਰ ਕਈ ਭਾਰਤ ਦੇ ਵਿੱਚ ਜਿਹੜੇ ਮੁਸਲਮਾਨ ਰਹਿੰਦੇ ਸੀ ਉਹ ਉਜੜ ਕੇ ਪਾਕਿਸਤਾਨ ਪਹੁੰਚੇ। ਕਤਲੇਆਮ ਹੋਇਆ ਔਰ ਕਈ ਪਰਿਵਾਰ ਹੀ ਉਜੜ ਗਏ। ਸਾਡੇ ਨਾਲ ਇਸ ਸਮੇਂ ਮੌਜੂਦ ਨੇ ਗਿਆਨੀ ਗੁਰਦੀਪ ਸਿੰਘ ਜੀ, ਜਿਨ੍ਹਾਂ ਨੇ 1947 ਦਾ ਉਹ ਦੌਰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ। ਸਰ, ਮੇਰਾ ਸਵਾਲ ਇਹ ਹੈ ਕਿ 1947 ਦਾ ਉਹ ਦੌਰ ਜਿਹੜਾ ਕਿ ਕਦੀ ਦਿਲੋਂ ਭੁਲਾਇਆ ਨਹੀਂ ਜਾ ਸਕਦਾ, ਉਹ ਖਤਰਨਾਕ, ਉਹ ਖੌਫਨਾਕ ਮੰਜ਼ਰ ਕੀ ਹੋਇਆ ਸੀ ਔਰ ਕਿਉਂ ਹੋਇਆ ਸੀ? ਸਭ ਤੋਂ ਪਹਿਲਾਂ ਮੈਂ ਅੱਜ ਹਿੰਦੁਸਤਾਨ ਦੀ ਆਜ਼ਾਦੀ ਦਾ 74ਵੇਂ ਗਣਰਾਜ ਦਿਵਸ ਦੇ ਉੱਪਰ, ਹਿੰਦੁਸਤਾਨ ਦੀ ਇੰਡੀਪੈਂਡੈਂਟ ਡੇ ਦੇ ਉੱਪਰ ਸਾਰੇ ਦੇਸ਼ ਵਾਸੀਆਂ ਨੂੰ ਇਸ ਗੱਲ ਦੀ ਸ਼ੁਭ ਕਾਮਨਾ ਕਰਦਾ ਅਤੇ ਉਹਨਾਂ ਸੂਰਬੀਰ ਆਜ਼ਾਦੀ ਘੁਲਾਟੀਆਂ ਨੂੰ ਵੀ ਯਾਦ ਕਰਕੇ ਆਪਣਾ ਨਮਨ ਕਰਦਾ, ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਦੀ, ਆਪਣੀਆਂ ਜਾਇਦਾਦਾਂ ਦੀ ਪਰਵਾਹ ਨਾ ਕਰਦੇ ਹੋਏ ਕਾਲੀ ਪਾਣੀ ਦੀਆਂ ਸਜ਼ਾਵਾਂ ਔਰ ਤੋਪਾਂ ਦੇ ਅੱਗੇ ਖੜ੍ਹੇ ਹੋ ਕੇ ਨਿਡਰ ਹੋ ਕੇ ਖੜ੍ਹਨਾ, ਆਪਣੀਆਂ ਜਾਇਦਾਦਾਂ ਕੁਰਕ ਕਰਾਉਣੀਆਂ, ਫਾਂਸੀਆਂ ਰੱਸੇ ਚੁੰਮਣੇ, ਉਹਨਾਂ ਦੇਸ਼ ਭਗਤਾਂ ਨੂੰ ਵੀ ਯਾਦ ਕਰਕੇ ਨਮਨ ਕਰਦਾ। ਸੋ ਮੇਰਾ ਇਹੀ ਸਵਾਲ ਹੈ ਕਿ ਤੁਸੀਂ ਉਹ ਦੌਰ ਸਾਰਾ ਆਪਣੀ ਅੱਖੀਂ ਦੇਖਿਆ, ਉਦੋਂ ਮਹਿਜ਼ ਤੁਹਾਡੀ ਉਮਰ ਕਿੰਨੀ ਸੀ ਔਰ ਕੀ ਹੋਇਆ ਕੀ ਸੀ ਉਸ ਵੇਲੇ? ਕਿਉਂ ਇਹ ਵੰਡ ਹੋਈ? ਕਿਉਂ ਇੰਨਾ ਕਤਲੇਆਮ ਹੋਇਆ? ਉਮਰ ਤਾਂ ਮੇਰੀ ਬਹੁਤ ਉਸ ਵੇਲੇ ਘੱਟ ਸੀ, 5 ਸਾਲ ਦੀ ਮੇਰੀ ਉਮਰ ਸੀ। ਕਿਉਂਕਿ ਮੈਂ ਵੱਡਾ ਲੜਕਾ ਮੈਂ ਹੀ ਸਾਂ, ਮੇਰਾ ਛੋਟਾ ਬ੍ਰਦਰ 3 ਸਾਲ ਦਾ ਸੀ। ਤਾਂ ਬਾਕੀ ਗੱਲਾਂ ਜਿਹੜੀਆਂ ਇਹ ਸਾਰੀਆਂ ਆਪਣੀ ਮਦਰ ਦੀ ਜ਼ੁਬਾਨੀ ਸੁਣੀਆਂ ਔਰ ਕੁਛ ਮੈਂ ਕਿਤਾਬਾਂ 'ਚੋਂ ਪੜ੍ਹਿਆ, ਕਿਉਂਕਿ ਮੈਂ ਚਾਹੁੰਦਾ ਸੀ ਵੀ ਇਹ ਹੋਇਆ ਕਿਵੇਂ, ਇਕੱਠੇ ਵਸਦਿਆਂ ਨੂੰ ਕੀ ਹੋ ਗਿਆ, ਇੱਕ ਦੂਸਰੇ ਦੇ ਜਾਨੀ ਦੁਸ਼ਮਣ ਹੋ ਗਏ। ਤਾਂ ਉਸ ਵੇਲੇ ਜੋ ਘਟਨਾ ਵਾਪਰੀ ਹੈ, ਜੋ ਮੈਂ ਪਿਛੋਕੜ ਵਿੱਚ ਗਿਆ ਵਾਂ, ਹਿੰਦੁਸਤਾਨ ਦੀ ਆਜ਼ਾਦੀ ਦੀ ਲਹਿਰ ਜਿੱਥੇ ਲੜੀ ਜਾ ਰਹੀ ਸੀ, ਉਹ ਕਾਲੀ ਵਿੱਚ ਹੀ ਸਮਾਪਤ ਕੀਤੀ ਗਈ। ਭਾਵੇਂ ਕਿ ਇਤਿਹਾਸਕ ਗੱਲ ਹੈ ਵੀ 1 ਅਕਤੂਬਰ 1948 ਨੂੰ ਆਜ਼ਾਦੀ ਦਾ ਐਲਾਨ ਹੋਣਾ ਸੀ, ਪਰ ਮਾਊਂਟ ਬੈਟਨ ਨੇ ਇੱਕ ਪਲਾਨ ਯੋਜਨਾ ਦੇ ਤਹਿਤ ਦੋਵਾਂ ਦੇਸ਼ਾਂ ਦੀ ਵੰਡ ਧਰਮ ਆਧਾਰਿਤ ਕੀਤੀ, 2 ਨੇਸ਼ਨ ਦੇ ਆਧਾਰ 'ਤੇ, ਔਰ ਉਹਨਾਂ ਨੇ 15 ਅਗਸਤ ਨੂੰ ਐਲਾਨ ਕਰ ਦਿੱਤਾ ਔਰ ਉਹੋ ਜਿਹੀ ਸਰਹੱਦ ਕਾਇਮ ਕਰਤੀ, ਉਹੋ ਜਿਹੀ ਸਦਾ ਵਾਸਤੇ ਇੱਕ ਵਾੜ ਲਾ ਦਿੱਤੀ, ਜਿਹਦੀਆਂ ਸੂਲਾਂ ਅੱਜ ਵੀ ਸਾਨੂੰ ਚੁਭਦੀਆਂ ਔਰ ਦੁਨੀਆ ਦੇ ਇਤਿਹਾਸ ਵਿੱਚ ਕਦੀ ਇਹੋ ਜਿਹੀ ਬਾਉਂਡਰੀ ਨਹੀਂ ਹੈ ਜਿਹਦੇ ਵਿੱਚ ਪਤਾ ਨਹੀਂ ਵੀ ਇਹ ਪਿੰਡ ਪਾਕਿਸਤਾਨ 'ਚ ਆ ਗਿਆ ਕਿ ਨਹੀਂ ਆ। ਸਾਡੀ ਉਸ ਵੇਲੇ ਜੋ ਵਾਪਰਿਆ, ਉਹ ਵਾਪਰਿਆ ਵੀ ਇਸ ਤਰ੍ਹਾਂ ਹੀ ਹੈ ਵੀ ਬਦਕਿਸਮਤੀ ਦੇ ਨਾਲ ਉਹਨਾਂ ਦੀ ਪਲਾਨਸ਼ੁਦਾ ਢੰਗ ਨਾਲ ਉਹ ਨਹੀਂ ਇਸ ਨੂੰ ਕਰ ਸਕੇ ਹੱਦਬੰਦੀ ਦੇ ਐਲਾਨ ਵੇਲੇ ਸਿਰ। ਤੁਹਾਡੇ ਕਹਿਣ ਦੇ ਅਕੋਰਡਿੰਗ ਕਿ ਜਿਸ ਤਰ੍ਹਾਂ ਪਹਿਲਾਂ ਦੱਸ ਦਿੱਤਾ ਗਿਆ ਸੀ ਕਿ ਵੰਡ ਹੋ ਚੁੱਕੀ ਹੈ, ਪਰ ਜਗ੍ਹਾ ਨਹੀਂ ਸੀ ਦੱਸੀ ਗਈ ਕਿ ਕਿਹੜਾ ਭਾਰਤ ਦੇ ਵਿੱਚ ਹਿੱਸਾ ਹੋਣਾ ਜਾਂ ਕਿਹੜਾ ਪਾਕਿਸਤਾਨ ਦੇ ਵਿੱਚ। ਸੋ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਦੋਂ ਇਹ ਦੱਸਿਆ ਗਿਆ ਸੀ, ਅਚਾਨਕ ਅਜਿਹਾ ਕੀ ਹੋ ਗਿਆ ਕਿ ਇਹ ਸਾਰਾ ਭਾਣਾ ਵਾਪਰਿਆ? ਹਾਂ, ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਇਤਿਹਾਸਕ ਗੱਲ ਹੈ, ਕਿਉਂਕਿ 14 ਅਗਸਤ ਨੂੰ ਇਹ ਡੈਕਲੇਰੇਸ਼ਨ ਹੋਣੀ ਸੀ, ਨਹੀਂ ਹੋਈ। ਔਰ ਇਹ ਇੱਥੋਂ ਤੀਕ ਵੀ 17 ਨੂੰ ਉਹਨਾਂ ਨੇ ਇਹ ਡੈਕਲੇਰੇਸ਼ਨ ਕੀਤੀ ਵੀ ਹੱਦਬੰਦੀ, ਵੀ ਕਿਹੜਾ ਪਿੰਡ ਕਿੱਧਰ ਆਇਆ, ਕਿਹੜਾ ਪਿੰਡ।
ਈਵਨ ਇਸ ਤੋਂ ਪਹਿਲਾਂ ਤਾਂ ਗੁਰਦਾਸਪੁਰ ਦੀਆਂ 3 ਤਹਿਸੀਲਾਂ ਜਿਹੜੀਆਂ ਪਠਾਨਕੋਟ ਵਗੈਰਾ ਇੱਥੇ ਪਾਕਿਸਤਾਨ ਦੇ ਝੰਡੇ ਝੁਲ ਗਏ ਸੀ। ਤੇ ਉਸ ਤੋਂ ਬਾਅਦ ਫਿਰ ਕੀ ਹੋਇਆ, ਅਗਲੇ ਦਿਨ ਨੈਕਸਟ ਉਹ ਰਿਵਾਈਜ਼ ਹੋ ਗਿਆ, ਉਹ ਹਿੰਦੁਸਤਾਨ 'ਚ ਆ ਗਿਆ। ਜਿਹੜੇ ਸਾਡੇ ਪਿੰਡ ਸੀ ਜਿੱਥੋਂ ਮੈਂ, ਜਿਹੜੇ ਸਾਡੇ ਪਿਸਤੌਨੀ ਘਰ ਸੀ, ਇਹ ਸ਼ੇਖੂਪੁਰਾ ਵਗੈਰਾ ਤੇ ਆਪਣਾ ਨਨਕਾਣਾ ਸਾਹਿਬ ਤੇ ਲਾਹੌਰ ਵਗੈਰਾ, ਇਹ ਸਾਰਾ ਪਾਕਿਸਤਾਨ ਵਿੱਚ ਚਲਾ ਗਿਆ। ਔਰ ਬਦਕਿਸਮਤੀ ਇਹੋ ਜਿਹੀ ਹੋਈ ਵੀ ਮੇਰਾ ਨਾਨਕਾ ਪਿੰਡ ਜਿਹੜਾ, ਜਿੰਨਾ ਮੇਰਾ ਨਾਨਕਾ ਪਿੰਡ ਬਾਰਡਰ ਤੋਂ ਹਿੰਦੁਸਤਾਨ ਵਾਲੇ ਪਾਸੇ ਆ, ਓਨਾ ਹੀ ਮੇਰਾ ਦਾਦਕਾ ਪਿੰਡ ਬਾਰਡਰ ਤੋਂ ਪਾਕਿਸਤਾਨ ਵਾਲੇ ਪਾਸੇ ਸੀ। ਤੇ ਬਦਕਿਸਮਤੀ ਜਿਹੜਾ ਮੇਰਾ ਜਿਹੜਾ ਪਿਸਤੌਨੀ ਦਾਦਕਿਆਂ ਦਾ ਪਿੰਡ ਸੀ, ਉਹ ਪਾਕਿਸਤਾਨ ਵੱਲ ਆ ਗਿਆ ਤੇ ਨਾਨਕੇ ਮੇਰੇ ਹਿੰਦੁਸਤਾਨ ਵਿੱਚ ਆ ਗਏ। ਯਾਨੀ ਕਿ ਤੁਸੀਂ ਜਿੱਥੇ ਰਹਿ ਰਹੇ ਸੀ ਉਹ ਹਿੱਸਾ ਪਾਕਿਸਤਾਨ ਦੇ ਪਾਕਿਸਤਾਨ 'ਚ ਵਿੱਚ ਆ ਗਿਆ। ਤੇ ਇਹ ਮਤਲਬ ਬਹੁਤ ਵੱਡੀ ਜਿਹੜੀ ਇਹ ਹੱਦਬੰਦੀ ਜਿਹੜੀ ਹੈ ਗੈਰ ਵਿਧਾਨਕ ਸੀ। ਔਰ ਲੋਕ ਬੜੇ ਆਰਾਮ ਨਾਲ ਬੈਠੇ ਹੋਏ ਸੀ। ਉਹਨਾਂ ਨੂੰ ਨਹੀਂ ਪਤਾ ਸੀ ਵੀ ਸਾਡੇ ਜਦੋਂ ਕੋਈ ਹੱਦਬੰਦੀ ਹੋ ਜਾਏਗੀ ਤੇ ਲੋਕ ਇੱਧਰ ਉੱਧਰੋਂ ਟਰਾਂਸਫਰ ਕਰਨਗੇ। ਲੋਕ ਤਾਂ ਇਸ ਗੱਲ 'ਤੇ ਵੀ ਪਿੱਛੋਂ ਵੀ ਕਈਆਂ ਨੂੰ ਇਹ ਆਸ ਸੀ ਵੀ ਦੇਸ਼ ਵੰਡੇ ਜਾਂਦੇ ਹੈ, ਲੋਕ ਥੋੜ੍ਹਾ ਵੰਡੇ ਜਾਂਦੇ ਆ, ਹਕੂਮਤ ਕਿਸੇ ਦੀ ਆ ਜਾਵੇ, ਅਸੀਂ ਤਾਂ ਇੱਥੇ ਰਹਿਣਾ ਔਰ ਆਰਾਮ ਨਾਲ ਜਦੋਂ ਬੈਠੇ। ਤੁਹਾਨੂੰ ਪਤਾ ਲੱਗ ਗਿਆ ਸੀ ਕਿ ਇਹ ਹਿੱਸਾ ਪਾਕਿਸਤਾਨ 'ਚ ਆ ਗਿਆ, ਤੁਹਾਡੇ ਮਦਰ ਫਾਦਰ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਸੀ ਕਿ ਇਹ ਹਿੱਸਾ ਜਿਹੜਾ ਹੈ ਪਾਕਿਸਤਾਨ 'ਚ ਆ ਗਿਆ, ਉਸ ਤੋਂ ਬਾਅਦ ਕੀ ਹੋਇਆ ਸੀ? ਉਸ ਤੋਂ ਬਾਅਦ ਇਹ ਹੋਇਆ ਵੀ ਜਿਸ ਵੇਲੇ ਡੈਕਲੇਰੇਸ਼ਨ ਹੋਈ ਵੀ ਸਾਡਾ ਇਹ ਪਿੰਡ ਜਿਹੜਾ ਵਾ 17 ਨੂੰ ਪਾਕਿਸਤਾਨ ਵਿੱਚ ਚਲਾ ਗਿਆ, ਤੇ ਉੱਥੇ ਮਾਹੌਲ ਹੀ ਬਦਲ ਗਿਆ। ਜਿਹੜੇ ਲੋਕ ਇਕੱਠੇ ਰਹਿ ਰਹੇ ਸੀ ਮੁਸਲਮਾਨ ਹਿੰਦੂ ਸਿੱਖਾਂ ਨਾਲ, ਉਹ ਜਾਨੀ ਦੁਸ਼ਮਣ ਹੋ ਗਏ। ਵਜ੍ਹਾ ਕੀ ਰਹੀ? ਵਜ੍ਹਾ ਕਿਉਂ ਕੀ ਨਜ਼ਰਾਂ ਇੱਕ ਦੂਜੇ ਦੇ ਨਾਲ ਜਿਹੜੀਆਂ ਪਿਆਰ ਭਰੀਆਂ ਨਜ਼ਰਾਂ ਸੀ, ਉਹ ਕਿਸ ਤਰ੍ਹਾਂ ਨਫ਼ਰਤ ਦੇ ਵਿੱਚ ਬਦਲ ਗਈਆਂ? ਉਹ ਦੋਨਾਂ ਤਰਫਾਂ ਤੋਂ ਮਤਲਬ ਹੈ ਫਿਰਕਾ ਪ੍ਰਸਤੀ ਇੰਨੇ ਚੜਾਅ 'ਚ ਆ ਗਈ, ਉੱਥੇ ਕੋਈ ਕਿਸੇ ਦਾ ਮਿਲਵਰਤਨ ਨਾ ਰਿਹਾ। ਹਿੰਦੂ ਮੁਸਲਮਾਨ ਮੁਸਲਮਾਨ, ਉਹ ਇਹ ਤਫਰਕੇ ਤੇ ਜਿਹੜੇ ਲੋਟੂ ਟੋਲਾ ਸੀ ਉਹਨਾਂ ਇਸ ਗੱਲ ਦਾ ਫਾਇਦਾ ਉਠਾਇਆ। ਉਹਨਾਂ ਨੇ ਲੁੱਟਮਾਰ ਸ਼ੁਰੂ ਕਰਤੀ ਇਸ ਆੜ ਵਿੱਚ। ਉਹ ਅੱਲਾਹੂ ਅਕਬਰ, ਉਹ ਬਜਰੰਗ ਬਲੀ ਕੀ ਜਾਏ, ਅਸੀਂ ਉਹਦੇ ਵਿੱਚ ਕਾਬੂ ਆ ਗਏ। 17 ਸਭ ਨੂੰ ਤੋਂ ਪਹਿਲਾਂ ਦੇਖਿਆ ਗਿਆ ਕਿ ਇੱਕ ਟ੍ਰੇਨ ਆਈ ਸੀ ਪਾਕਿਸਤਾਨ ਤੋਂ, ਕਤਲੇਆਮ ਹੋਇਆ ਸੀ, ਟ੍ਰੇਨ ਭਰੀ ਹੋਈ ਸੀ ਜਿਸ ਦੇ ਵਿੱਚ ਹਿੰਦੂ ਸਿੱਖ ਦੀਆਂ ਲਾਸ਼ਾਂ ਜਿਹੜੀਆਂ ਪਈਆਂ ਹੋਈਆਂ ਸੀ। ਸ਼ੁਰੂਆਤ ਕਿ ਮੁਸਲਮਾਨਾਂ ਵੱਲੋਂ ਕੀਤੀ ਗਈ ਸੀ, ਕੀ ਹੋਇਆ ਸੀ? ਦੇਖੋ ਇਹਦੇ ਵਿੱਚ ਸਾਰੇ ਇਹੋ ਦਾਅਵਾ ਕਰਦੇ ਜੀ ਪਹਿਲ ਉਹਨਾਂ ਨੇ ਕੀਤੀ, ਪਰ ਪਹਿਲ ਇਹ ਦੋਨਾਂ ਵੱਲੋਂ ਹੋਈ। ਕਤਲੇਆਮ ਦਾ ਨੁਕਸਾਨ ਦੋਨਾਂ ਨੂੰ ਹੋਇਆ, ਉੱਧਰਲੇ ਪੰਜਾਬੀਆਂ ਨੂੰ ਵੀ ਇੱਧਰਲੇ, ਮੋਸਟਲੀ ਪੰਜਾਬ ਦਾ ਨੁਕਸਾਨ ਹੋਇਆ। ਔਰ ਉਹਦੇ ਵਿੱਚ ਪਛਲਾਵੇ 'ਚ ਆ ਕੇ, ਜਿਸ ਤਰ੍ਹਾਂ ਮੈਂ ਆਪਣੇ ਘਰ ਦੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ, ਸਾਡੇ ਇਸ ਸੰਤਾਪ ਦੇ ਵਿੱਚ 18 ਜੀ ਮਾਰੇ ਗਏ ਜਿਹੜੇ ਆਰਾਮ ਨਾਲ ਬੈਠੇ। ਮੇਰੇ ਦਾਦਾ ਜੀ ਦਾਦੀ ਜੀ ਉਹ ਪੁਸ਼ਤਾਨੀ ਘਰ 'ਚ ਰਹੇ, ਸਾਡਾ ਉੱਥੇ ਦੁਕਾਨ ਸੀ, ਕਾਰੋਬਾਰ ਸੀਗਾ ਦੁਕਾਨਦਾਰੀ ਦਾ। ਅਤੇ ਬਾਬਾ ਜੀ ਮੇਰੇ ਪੁਲਕੰਜਰੀ ਟੀਚਰ ਸੀਗੇ ਔਰ ਬੜੇ ਲੋਕਾਂ ਵਿੱਚ ਸਤਿਕਾਰੇ ਜਾਂਦੇ ਸੀ। ਉਹਨਾਂ ਨੂੰ ਸਤਿਕਾਰ ਵਜੋਂ ਗੁਰੂ ਜੀ ਅਫਾਲ ਕਹਿ ਕੇ ਕਹਿੰਦੇ ਸੀ। ਅਤੇ ਅੱਜ ਉਹ ਲੋਕ ਜਿਹੜੇ ਉਹਨਾਂ ਨੂੰ ਮੁਨਸ਼ੀ ਜੀ ਕਹਿ ਕੇ ਬੋਲਦੇ, ਆਪ ਨਾ ਹੋਣਗੇ ਦੂਜਾ ਲੋਟੂ ਟੋਲਾ ਆ ਗਿਆ। ਔਰ 17 ਨੂੰ ਜਦੋਂ ਐਲਾਨ ਹੋ ਗਿਆ, 2 ਦਿਨ ਦੇ ਬਾਅਦ 19 ਤਰੀਕ ਨੂੰ ਸਾਨੂੰ ਮੁਸਲਮਾਨ ਸਾਡੇ ਘਰ ਨੂੰ ਲੁੱਟਣ ਵੀ ਆ ਗਏ। ਔਰ ਉਹਨਾਂ ਨੇ ਸਾਡੇ ਦਾਦਾ ਦਾਦੀ ਨੂੰ ਚੁਬਾਰੇ ਤੋਂ ਸੁੱਟ ਕੇ ਥੱਲੇ ਮਾਰਤਾ। ਬਾਅਦ 'ਚ ਘਰ ਨੂੰ ਅੱਗ ਲਾਤੀ, ਲੁੱਟ-ਪੁੱਟ ਲੈ ਗਏ। ਸਾਡੇ ਦਾਦੇ ਨੇ ਪਹਿਲਾਂ ਤੋਂ ਹੀ ਜਦੋਂ ਭਾਪ ਲਿਆ ਵੀ ਇਹ ਖਤਰਾ ਹੋਣ ਵਾਲਾ, ਉਹਨਾਂ ਨੇ ਸਾਡੇ ਫਾਦਰ ਨੂੰ ਮਜਬੂਰ ਕੀਤਾ। ਉਹ ਆਉਂਦੇ ਨਹੀਂ ਸੀ ਵੀ ਮੈਂ ਬੁੱਢੇ ਮਾਂ-ਬਾਪ ਨੂੰ ਛੱਡ ਕੇ ਕਿੱਥੇ ਜਾਵਾਂ, ਪਰ ਮਜਬੂਰਨ ਮਾਂ-ਬਾਪ ਦੇ ਕਹਿਣ ਦੇ ਮੁਤਾਬਕ ਉਹਨਾਂ ਨੂੰ ਜ਼ਬਰਦਸਤੀ ਨਾਲ ਦੇ ਪਿੰਡ ਸ਼ਰਨ ਲੈਣੀ ਪਈ ਨਰਵੜ। ਔਰ ਮੈਂ, ਮੇਰਾ ਬ੍ਰਦਰ ਛੋਟਾ, ਸਾਡੀ ਮਾਂ ਦਾ, ਸਾਡਾ ਫਾਦਰ ਲੈ ਕੇ ਨਾਲ ਦੇ ਪਿੰਡ ਚਲਾ ਗਿਆ। ਸਾਨੂੰ ਕੀ ਪਤਾ ਸੀ ਵੀ ਇਹ ਘਟਨਾ ਵਾਪਰ ਜਾਣੀ ਹੈ। ਅਗਲੇ ਦਿਨ ਜਦੋਂ ਰਾਤ ਸੁੱਤੇ ਉੱਠ ਕੇ ਅਗਲੇ ਦਿਨ ਅੱਗੇ ਅਟਾਰੀ ਬਾਰਡਰ ਨੂੰ ਕ੍ਰੋਸ ਕਰਨ ਲੱਗੇ ਹਾਂ, ਅਟਾਰੀ ਵੱਲ ਨੂੰ ਆਉਣਾ ਸੀ, ਅਤੇ ਸਾਨੂੰ ਰਾਹ 'ਚ ਬਲੋਚ ਮਿਲਟਰੀ ਪੈ ਗਈ। ਉਹਨੇ ਕਿਹਾ ਕੋਈ ਵੀ 1 ਵਜੇ ਜਾਣ ਦੇਣਾ ਬਚ ਕੇ। ਉਹ ਗੋਲੀਆਂ ਦਾ ਮੀਂਹ ਵਰਸਾਤਾ, ਸਾਡੇ ਸਾਰੇ ਜੀ ਉੱਥੇ ਮਾਰੇ ਗਏ ਬਾਕੀਆਂ ਦੇ ਨਾਲ। ਅਤੇ ਇੱਕ ਮੈਂ ਅਤੇ ਮੇਰਾ 2 ਬ੍ਰਦਰ ਵਾਉਂਡਡ ਹਾਲਤ ਵਿੱਚ ਬਚੇ। ਗੋਲੀ ਉਹ ਛੋਟੇ ਦੇ ਵੀ ਲੱਗੀ ਸੀ, ਗੋਲੀ ਮੇਰੇ ਵੀ। ਔਰ ਇੱਥੋਂ ਦੀ ਕਿ ਮੇਰੀ ਮਦਰ ਦੇ ਤਾਂ 27-28 ਜ਼ਖਮ ਸੀ ਔਰ ਇੱਕ ਗੋਲੀ ਉਹਨਾਂ ਦੀ ਜੇਂਘ 'ਚ ਲੱਗੀ, ਜਿਹੜੀ ਅੰਮ੍ਰਿਤਸਰ 'ਚ ਆ ਕੇ 4 ਮਹੀਨੇ ਬਾਅਦ ਕਢਾਈ। ਇਹ ਸਾਡੇ ਨਾਲ ਭਾਣਾ ਵਾਪਰਿਆ। ਸੋ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ, ਕਿਉਂਕਿ ਜਦੋਂ ਉਹ ਮੰਜ਼ਰ ਅੱਖਾਂ ਦੇ ਸਾਹਮਣੇ ਆਉਂਦਾ ਹੈ, ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ? ਮਹਿਸੂਸ ਇਹ ਹੁੰਦਾ, ਮੈਂ ਸ਼ੁਰੂ ਵਿੱਚ, ਕਿਉਂਕਿ ਸਾਡਾ ਜਿਹੜਾ ਪਰਿਵਾਰ ਆ ਧਾਰਮਿਕ ਵਿਚਾਰਾਂ ਦਾ ਪਰਿਵਾਰ ਸੀ, ਮੈਂ ਸੋਚਦਾ ਸੀ, ਕਹਿੰਦੇ ਆ ਪਰਮਾਤਮਾ ਜਿਹੜਾ ਵਾ ਇਹ ਗੁਨਾਹਗਾਰ ਨੂੰ ਸਜ਼ਾ ਦਿੰਦਾ। ਅਤੇ ਮੈਂ ਆਪਣੇ ਦਿਲ ਵਿੱਚ ਸੋਚਦਾ ਸੀ ਅਸੀਂ ਤਾਂ ਅਜੇ ਪੈਦਾ ਹੀ ਹੋਏ ਹਾਂ, 5 ਸਾਲ ਦੇ ਮਾਸੂਮ, ਅਸੀਂ ਤਾਂ ਕੋਈ ਕੀਤਾ ਹੀ ਨਹੀਂ ਗੁਨਾਹ, ਸਾਨੂੰ ਕਿਸੇ ਗੱਲ ਦੀ ਸਜ਼ਾ ਮਿਲੀ ਨਾ, ਕੋਈ ਸਾਡਾ ਘਰ ਬਾਰ ਰਿਹਾ, ਕੁਛ ਵੀ ਨਹੀਂ ਸਾਡਾ ਰਿਹਾ। ਇਹ 1-2 ਚੀਜ਼ਾਂ ਸਾਡੇ ਘਰ ਦੀਆਂ। ਕਾਫੀ ਜਾਇਦਾਦ ਤਾਂ ਇਹ ਜਾਇਦਾਦ ਹੈਗੀ ਸੀ। ਸਾਡੀ ਸਿਰਫ ਆਈ, ਇਹ ਮੈਨੂੰ ਨਾਨਕੇ ਘਰੋਂ ਰੂਲ ਮਿਲਿਆ ਬਾਬਾ ਜੀ ਦਾ, ਇਹ ਨਿਸ਼ਾਨੀ ਹੈ।
ਇਹ ਮੇਰੇ ਫਾਦਰ ਦੀ ਪੋਸਟ ਕਾਰਡ ਹੈ ਜਿਹੜਾ ਉਹਨਾਂ ਨੇ 23/8/1945 ਨੂੰ ਲਿਖਿਆ ਸੀ ਸਾਡੇ ਕਿਸੇ ਰਿਸ਼ਤੇਦਾਰ ਨੂੰ। ਉਹਨਾਂ ਨੇ ਮੈਨੂੰ ਯਾਦਗਾਰ ਦਿੱਤੀ ਵੀ ਤੁਹਾਡੇ ਕੋਲ ਕੋਈ ਚੀਜ਼ ਜਾਇਦਾਦ ਨਹੀਂ ਹੈਗੀ, ਤੁਸੀਂ ਇਹ ਯਾਦਗਾਰ ਲੈ ਜਾਓ। ਇਹ ਦੋ ਹੀ ਚੀਜ਼ਾਂ ਸਾਰਾ ਕੁਝ ਲੁਟਾ ਕੇ ਅਸੀਂ ਦੋ ਹੀ ਚੀਜ਼ਾਂ ਲੈ ਕੇ ਆਏ। ਜਾਂ ਇਹੀ ਜਾਇਦਾਦ ਹੈ। ਬਸ ਇਹੀ ਜਾਇਦਾਦ ਸਾਡੀ ਹੈ। ਬਹੁਤ ਦੁਖੀ ਹਾਲਤ ਵਿੱਚ ਤੁਹਾਨੂੰ ਨਾਲ ਮੈਂ ਗੱਲ ਕਰ ਰਿਹਾ। ਕਿਉਂਕਿ ਬੜਾ ਇੱਕ ਜਾਇਦਾਦ ਬਣਾਉਣਾ ਇੱਕ ਬੜਾ ਔਖਾ ਕੰਮ ਹੁੰਦਾ ਹੈ, ਕਿਉਂਕਿ ਪਾਈ ਜੋੜ ਕੇ ਇੱਕ ਜਾਇਦਾਦ ਬਣਾਈ ਜਾਂਦੀ ਹੈ, ਮਕਾਨ ਬਣਾਇਆ ਜਾਂਦਾ ਹੈ, ਦੁਕਾਨ ਬਣਾਈ ਜਾਂਦੀ ਹੈ, ਰੋਜ਼ਗਾਰ ਇੱਕ ਚਲਾਉਣ ਦਾ ਇੱਕ ਜ਼ਰੀਆ ਹੁੰਦਾ ਹੈ। ਲੇਕਿਨ ਅਚਾਨਕ ਹੀ ਇੱਕ ਮੰਜ਼ਰ ਇਹੋ ਜਿਹਾ ਆਉਂਦਾ ਹੈ, ਸਭ ਕੁਝ ਉੱਜੜ ਜਾਂਦਾ ਹੈ। ਔਰ ਤੁਸੀਂ ਗੱਲ ਕਰ ਰਹੇ ਸੀ ਜਾਇਦਾਦ ਦੀ, ਸਿਰਫ ਇਹੀ ਬਚਿਆ ਜਾਇਦਾਦ ਦੇ ਵਿੱਚ? ਬਸ ਇਹੋ ਹੀ ਹੈ ਜੀ ਜਾਇਦਾਦ। ਮੇਰੀ ਮਦਰ ਕਹਿੰਦੀ ਹੁੰਦੀ ਸੀ, ਮੈਂ ਜਦੋਂ ਸੋਚਦੀ ਹਾਂ ਵੀ ਕਿੰਨਾ ਕੁਝ ਛੱਡ ਕੇ ਆ ਗਏ, ਉਸ ਵੇਲੇ ਦੀ ਜਿਹੜੀ ਹੈ ਇੱਕ ਮਾਲੀਅਤ ਦੀ ਲਿਸਟ ਮੇਰੇ ਕੋਲ ਸਾਡੇ ਨਾਨਕੇ ਘਰ ਚੋਂ ਮਿਲੀ ਹੈ ਵੀ ਤੁਹਾਡੇ ਇੰਨੀ ਜਾਇਦਾਦ ਉੱਥੇ ਕਲੇਮ ਵਿੱਚ ਤੁਸੀਂ ਕੀਤੀ ਸੀ, ਉਹ 13,000 ਕੁਝ 100 ਰੁਪਏ ਦੀ ਹੈ ਉਸ ਜ਼ਮਾਨੇ ਦੀ। ਅਤੇ ਸਾਨੂੰ ਉਹਦੇ ਵਿੱਚ ਬਾਅਦ ਵਿੱਚ ਕਲੇਮ ਮਿਲ ਤੇ ਗਿਆ 10%, 1,300 ਰੁਪਏ ਸਾਨੂੰ ਮਿਲਿਆ। ਕੋਈ ਸਾਨੂੰ ਜਾਨੀ ਨੁਕਸਾਨ ਤਾਂ ਨਹੀਂ ਮਿਲਿਆ ਅੱਜ ਤੱਕ ਕਿਸੇ ਨੂੰ। ਇੱਥੋਂ ਤੱਕ ਵੀ ਗੌਰਮੈਂਟਾਂ ਨੇ ਕਦੀ ਪਛਤਾਵਾ ਵੀ ਨਹੀਂ ਕੀਤਾ ਵੀ 10 ਲੱਖ ਲੋਕ ਮਾਰੇ ਗਏ, 80 ਲੱਖ ਲੋਕ ਬੇਘਰ ਹੋ ਗਏ, ਉਹਨਾਂ ਦੇ ਵਾਸਤੇ ਕਿਸੇ ਗੌਰਮੈਂਟ ਨੇ ਕਦੀ ਕੋਈ ਤਰੱਦਦ ਹੀ ਨਹੀਂ ਕੀਤਾ। ਅੱਜ ਵੀ ਮਤਲਬ ਦਿਮਾਗ ਵਿੱਚ ਇਹ ਗੱਲ ਆਉਂਦੀ ਹੈ ਅਸੀਂ ਕਸੂਰ ਕੀ ਕੀਤਾ। ਗਲਤ ਪੋਲੀਟਿਕਸ ਦੇ ਕਰਕੇ ਇਹ ਸਾਰਾ ਕੁਝ ਹੋਇਆ, ਲੋਕਾਂ ਨੂੰ ਸੰਤਾਪ ਝੱਲਣਾ ਪਿਆ, ਅੱਜ ਤੱਕ ਵੀ ਆ। ਔਰ ਇਹ ਮੈਂ ਦੁਖੀ ਹੋ ਕੇ ਆਪਣੀ ਪੁਰਾਣੀ ਗੱਲ ਤੁਹਾਨੂੰ ਕਹਿ ਰਿਹਾ। ਜਦੋਂ ਤੁਸੀਂ ਅੰਮ੍ਰਿਤਸਰ ਆਏ ਸੀ ਔਰ ਕਾਫੀ ਔਖਾ ਹੁੰਦਾ ਹੈ ਕਿਉਂਕਿ ਜੇਬ ਦੇ ਵਿੱਚ ਕੁਝ ਵੀ ਨਹੀਂ, ਜਾਇਦਾਦ ਉੱਥੇ ਛੁੱਟ ਗਈ, ਔਰ ਕਿਸ ਤਰ੍ਹਾਂ ਆਪਣੇ ਆਪ ਨੂੰ ਸਥਿਤੀ ਦੇ ਵਿੱਚ ਢਾਲਿਆ, ਕਿਸ ਤਰ੍ਹਾਂ ਤੁਸੀਂ ਸਟੈਂਡ ਹੋਏ? ਦੇਖੋ ਜਿਸ ਵੇਲੇ ਮੈਂ ਇੰਝ ਬਚਪਨ ਸੀ, ਮੈਂ ਤੁਹਾਨੂੰ ਵੀ ਕਈ ਵਾਰੀ ਚਾਹੁੰਦਾ ਵਾਂ ਇੱਕ ਖੁਸ਼ਕਿਸਮਤੀ ਹੈ ਹਿੰਦੁਸਤਾਨ ਦੇ ਵਿੱਚ, ਖਾਸ ਕਰਕੇ ਪੰਜਾਬ ਵਿੱਚ ਸਾਡੀਆਂ ਰਿਸ਼ਤੇਦਾਰੀਆਂ ਹੈ। ਔਰ ਮੇਰੇ ਅੱਜ ਵੀ ਦਿਲ ਕਰਦਾ ਵੀ ਰਿਸ਼ਤੇਦਾਰੀਆਂ ਨਹੀਂ ਖਤਮ ਹੋਣੀਆਂ ਚਾਹੀਦੀਆਂ। ਸਾਨੂੰ ਪਾਲਣ ਵਿੱਚ ਸਾਡੇ ਨਾਨਕਿਆਂ ਦਾ ਪ੍ਰਮੁੱਖ ਹੱਥ ਹੈ। ਉਹਨਾਂ ਨੇ ਸਾਨੂੰ ਆਸਰਾ ਦਿੱਤਾ, ਉਹਨਾਂ ਨੇ ਹੀ ਸਾਰਾ ਕੁਝ ਸਾਨੂੰ ਜੋ ਵੀ ਪੜ੍ਹਾਉਣ ਦੇ ਜਿੰਨੇ ਕਿ ਉਹਨਾਂ ਦੀ ਸਮਰੱਥਾ ਸੀ ਉਹਨਾਂ ਨੇ ਸਾਡੀ ਮਦਦ ਕੀਤੀ ਹੈ। ਔਰ ਮੈਂ ਉਹਨਾਂ ਦਾ ਦਾਦ ਹੀ ਨਹੀਂ ਦੇ ਸਕਦਾ ਕਈ ਜਨਮਾਂ ਤੱਕ। ਔਰ ਜਿਹੜਾ ਆਪਣਾ ਪਾਕਿਸਤਾਨ ਦੇ ਵਿੱਚ ਘਰ ਸੀ, ਕਿ ਉਸ ਨੂੰ ਦੇਖਣ ਦੀ ਇੱਛਾ ਹੋਈ ਜਾਂ ਤੁਸੀਂ ਦੇਖਣ ਗਏ ਹੋ ਕਦੀ? ਮੈਂ ਦੇਖੋ ਮੈਂ ਇਕੱਲਾ ਹੀ ਨਹੀਂ ਹੈ, ਜਿਤਨੇ ਵੀ ਲੋਕ ਉੱਥੋਂ ਉਜੜ ਕੇ ਆਏ ਆ। ਜਦੋਂ ਕਦੀ ਮੈਂ ਕੋਈ ਆਰਟੀਕਲ ਅਖਬਾਰ 'ਚ ਲਿਖਦਾ ਇਹਦੇ ਬਾਰੇ, ਕਿਤਨੇ ਮੈਨੂੰ ਫੋਨ ਆਉਂਦੇ ਵੀ ਅਸੀਂ ਵੀ ਤੁਹਾਡੇ ਵਰਗੇ ਹਾਂ। ਅੱਜ ਵੀ ਉਹ ਸੰਤਾਪ ਚੱਲਦੇ ਪਏ। ਔਰ ਸਭ ਦੀ ਤਮੰਨਾ ਵਾ ਵੀ ਆਖਰੀ ਦਮ ਤੀਕ ਜਿੰਨਾ ਤੁਸੀਂ ਸਾਡਾ ਸਾਹ ਆਉਂਦਾ, ਸਾਨੂੰ ਆਸ ਹੈ ਵੀ ਕਦੀ ਗੌਰਮੈਂਟਾਂ ਸਾਨੂੰ ਮਦਦ ਕਰਨ, ਆਉਣ ਜਾਣ ਦੀ ਸਹੂਲਤ ਦੇਣ, ਅਸੀਂ ਆਪਣੇ ਜਾ ਕੇ ਪਿਸਤੌਨੀ ਘਰ ਜਾ ਕੇ ਦੇਖ ਸਕੀਏ ਜਿੱਥੇ ਸਾਡੇ ਵੱਡੇ ਵਡੇਰੇ ਰਹਿੰਦੇ ਰਹੇ ਸੀ, ਕਿਸ ਮਾਹੌਲ ਵਿੱਚ ਰਹਿ ਰਹੇ ਸੀ। ਅਤੇ ਮੇਰੀ ਵੀ ਆਪਣੀ ਇਹ ਤਮੰਨਾ ਵਾ ਵੀ ਅਖੀਰ ਇੱਕ ਵਾਰੀ ਕਦੀ ਮੌਕਾ ਮਿਲੇ, ਗੌਰਮੈਂਟਾਂ ਨੂੰ ਚਾਹੀਦਾ ਵਾ ਵੀ ਅਸੀਂ ਜਾ ਕੇ ਆਪਣੇ ਉਸ ਘਰਾਂ ਦੀ ਜਾ ਕੇ ਉਸ ਪੰਜਾਬ ਦੀ ਉਸ ਯਾਦ ਜਿਹੜੀ ਨੂੰ ਉਸ ਨੂੰ ਤਾਜ਼ਾ ਕਰੀਏ। ਸੋ ਮੈਂ ਇੱਕ ਸਵਾਲ ਹੋਰ ਕਰਨਾ ਤੁਹਾਨੂੰ ਚਾਹਾਂਗਾ ਕਿ ਇੱਕ ਤੁਸੀਂ ਅਮਨ ਦਾ ਪੈਗਾਮ ਵੀ ਲੈ ਕੇ ਗਏ ਸੀ, ਕਦੋਂ ਦੀ ਗੱਲ ਹੈ ਔਰ ਕੀ ਵਜ੍ਹਾ ਸੀ ਉਸ? ਹਾਂਜੀ 2013 ਦੇ ਵਿੱਚ ਇੱਕ ਸੁਸਾਇਟੀ ਸਾਡੀ ਪੀਸ ਫਾਊਂਡੇਸ਼ਨ ਬਿਲਡਿੰਗ ਦੇ ਆਧਾਰ ਉੱਪਰ ਨਾਂ ਥੱਲੇ ਅਮਨ ਦੀ ਹੋਕਾ ਦੇਣ ਵਾਸਤੇ ਪਾਕਿਸਤਾਨ ਵਿੱਚ ਡੈਲੀਗੇਸ਼ਨ ਗਿਆ ਸੀ। ਮੈਂ ਵੀ ਉਸ ਦਾ ਮੈਂਬਰ ਸੀ। ਔਰ ਉਹ ਜਿਸ ਵੇਲੇ ਉੱਥੇ ਇੰਟਰਵਿਊ ਲਈ, ਅਸੀਂ ਉਹਨਾਂ ਨੂੰ ਕਿਹਾ ਹਕੀਕਤ ਵਿੱਚ ਕੀ ਹੈ ਭਈ ਤੁਸੀਂ ਵੀ ਅਮਨ ਚਾਹੁੰਦੇ ਹੋ, ਅਸੀਂ ਵੀ ਚਾਹੁੰਦੇ ਹਾਂ, ਸਰਕਾਰਾਂ ਨੂੰ ਮਜਬੂਰ ਕਰਦੀ ਅਮਨ ਵਾਸਤੇ। ਅਸਲ ਲੜਾਈ ਸਾਡੀ ਤੁਹਾਡੀ ਸਾਂਝੀ ਹੈ। ਤੁਸੀਂ ਵੀ ਇੱਥੇ ਬੇਕਾਰੀ ਖਿਲਾਫ ਲੜ ਰਹੇ ਜੇ, ਭ੍ਰਿਸ਼ਟਾਚਾਰ ਖਿਲਾਫ, ਅਨਪੜ੍ਹਤਾ ਦੇ ਖਿਲਾਫ, ਰੁਜ਼ਗਾਰ ਦੇ ਵਾਸਤੇ ਸਾਡੇ ਵੀ ਉਹ ਹੈ। ਜੇ ਅਮਨ ਹੋਏਗਾ ਤਾਂ ਅਸੀਂ ਇਹ ਲੜਾਈ ਨੂੰ ਪੂਰੀ ਤਰ੍ਹਾਂ ਲੜ ਸਕਾਂਗੇ। ਅਮਨ ਦਾ ਹੋਕਾ ਦੇ ਜਦੋਂ ਉਹਨਾਂ ਨੇ ਮੇਰੀ ਇੰਟਰਵਿਊ ਲਈ ਵੀ ਇਹਨਾਂ ਦੇ ਜੀ 18 ਜੀ ਮਰ ਗਿਆ ਸੀ ਇਸੇ ਹੀ ਪਾਕਿਸਤਾਨ ਦੀ ਧਰਤੀ ਉੱਪਰ, ਤਾਂ ਉਹ ਬੜੇ ਹੈਰਾਨ ਸੀ ਵੀ ਇੰਨੇ ਜੀ ਤੁਹਾਡੇ ਮਰ ਗਏ ਦੇ ਬਾਵਜੂਦ ਵੀ ਤੁਸੀਂ ਅਮਨ ਦਾ ਪੈਗਾਮ ਲੈ ਕੇ ਆਏ, ਤੁਹਾਡੇ ਦਿਲ 'ਚ ਉਹ ਕੜਤ ਨਹੀਂ ਆਉਂਦੀ ਵੀ ਮੈਂ ਮੁਸਲਮਾਨਾਂ ਨੂੰ ਇਹ ਕਰ ਦਾਂਗਾ ਉਹ ਕਰ ਦਾਂਗਾ। ਮੈਂ ਕਿਹਾ ਨਹੀਂ, ਇਹ ਹੱਲ ਨਹੀਂ ਹੈ। ਇਹਦਾ ਹੱਲ ਇਹੋ ਹੀ ਹੈ ਪ੍ਰੇਮ ਸਦਭਾਵਨਾ ਵਧੇ, ਪੁਰਾਣੇ ਗੱਲ ਨੂੰ ਭੁੱਲ ਜਾਓ, ਉਹ ਇੱਕ ਬੁਝਾਰਤ ਬਣੀ ਰਹਿ ਜਾਵੇ। ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਵੀ ਅਸੀਂ ਬੜੀ ਵੱਡੀ ਗਲਤੀ ਉਸ ਵੇਲੇ ਕੀਤੀ, ਫਿਰਕਾ ਪ੍ਰਸਤੀ ਦੀ ਨੀਤੀ ਠੀਕ ਨਹੀਂ, ਧਰਮ ਆਧਾਰ 'ਤੇ ਵੰਡ ਠੀਕ ਨਹੀਂ ਸੀ। ਹੁਣ ਦੋਵੇਂ ਮੁਲਕ ਆਪੋ ਆਪਣੇ ਪ੍ਰਭੂ ਸੱਤਾ ਵਿੱਚ ਰਹਿੰਦੇ ਹੋਇਆਂ ਇੱਕ ਦੂਸਰੇ ਨਾਲ ਮਿਲਵਰਤਨ ਦੀ ਭਾਵਨਾ ਰਹਿਣ, ਤਾਂ ਕਿ ਦੋਨੇ ਦੇਸ਼ ਤਰੱਕੀ ਕਰਨ ਅਤੇ ਆਪਸ ਵਿੱਚ ਦਾ ਭਾਈਚਾਰਾ ਫਿਰ ਪਹਿਲੇ ਵਾਂਗੂ ਇੱਕ ਦੂਸਰੇ ਨਾਲ ਬਣਿਆ ਰਹੇ। ਸੋ ਮਹਿਜ਼ 5 ਸਾਲ ਦੀ ਉਮਰ ਦੇ ਵਿੱਚ
ਤੁਸੀਂ ਉਹ ਖੌਫਨਾਕ ਮੰਜ਼ਰ ਜਿਹੜਾ ਸੀ ਉਹ ਆਪਣੀ ਅੱਖਾਂ ਦੇ ਸਾਹਮਣੇ ਹੁੰਦਾ ਦੇਖਿਆ, ਕਤਲੇਆਮ ਹੋਇਆ ਉਹ ਤੁਸੀਂ ਆਪਣੀ ਅੱਖਾਂ ਦੇ ਸਾਹਮਣੇ ਹੁੰਦਾ ਦੇਖਿਆ। ਕਿੰਨਾ ਕੁ ਔਖਾ ਹੁੰਦਾ ਹੈ ਜ਼ਿੰਦਗੀ ਨੂੰ ਅੱਗੇ ਤੋਰਨਾ, ਕਿਉਂਕਿ ਇੱਕ ਉਹ ਖੌਫਨਾਕ ਮੰਜ਼ਰ ਜਿਹੜਾ ਕਿ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਦਿਲ ਦੇ ਵਿੱਚ ਉਹ ਵਿਸਰਿਆ ਹੋਵੇ, ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਅੱਖਾਂ ਦੇ ਸਾਹਮਣੇ ਮਰਦਾ ਦੇਖਿਆ ਹੋਵੇ, ਤੇ ਕਿੰਨਾ ਕੁ ਔਖਾ ਹੁੰਦਾ ਜਿਉਣਾ। ਕਿਉਂਕਿ ਤੁਸੀਂ 5 ਸਾਲ ਦੀ ਮਹਿਜ਼ ਉਮਰ ਆਪਣੀ ਦੱਸੀ ਸੀ, ਔਰ ਅੱਗੇ ਕਿੰਨਾ ਕੁ ਔਖਾ ਹੋਇਆ ਹੈ ਜਿਉਣ ਦਾ। ਦੇਖੋ, ਮੰਜ਼ਰ ਦੀ ਗੱਲ ਮੈਂ ਦੱਸਣਾ ਚਾਹੁੰਦਾ, ਮੇਰੀ ਮਦਰ ਦੱਸਦੀ ਹੁੰਦੀ ਸੀ, ਉਹ 99 ਸਾਲ ਦੀ ਉਮਰ ਭੋਗ ਕੇ ਐਕਸਪਾਇਰ ਹੋਏ ਹੈ, ਔਰ ਉਹਨਾਂ ਦੀ ਵੀ ਆਖਰੀ ਤਮੰਨਾ ਰਹੀ ਵੀ ਕਿਸ ਤਰੀਕੇ ਮੈਂ ਉੱਥੋਂ ਹੋ ਕੇ ਆਵਾਂ, ਨਹੀਂ ਹੋਈ ਪੂਰੀ। ਉਹ ਦੱਸਦੇ ਸੀ ਵੀ ਉਸ ਵੇਲੇ ਜਦੋਂ ਮੈਂ ਸਾਰਾ ਕੋਈ ਟੱਬਰ ਹੀ ਸਾਰਾ ਕੋਈ ਘਰ ਕੁਛ ਨਹੀਂ ਰਿਹਾ, ਮੈਂ ਬਲੋਚ ਮਿਲਟਰੀ ਜਿਹੜਾ ਗੋਲੀਆਂ ਚਲਾ ਰਿਹਾ ਸੀ ਉਹਨਾਂ ਨੂੰ ਕਿਹਾ, ਵੀਰੋ ਮੈਂ ਜੂ ਕੇ ਕੀ ਕਰਨਾ, ਮੈਨੂੰ ਵੀ ਮਾਰ ਦਿਓ। ਉਹ ਸਗੋਂ ਹੱਸਦੇ ਸੀ, ਅੱਗੋਂ ਟਿਚਰਾਂ ਕਰਦੇ ਸੀ। ਇਹ ਮੰਜ਼ਰ ਉਸ ਵੇਲੇ ਦਾ ਕਿੰਨਾ ਦੁਖਦਾਈ ਸੀ। ਔਰ ਕਿਤੇ ਪਤਾ ਨਹੀਂ, ਅੱਜ ਦੇ ਜ਼ਮਾਨਾ 'ਤੇ ਨਹੀਂ ਆ, ਉਸ ਵੇਲੇ ਤੇ ਔਰਤਾਂ ਘੁੰਡ ਵੀ ਕੱਢਦੀਆਂ ਸੀ। ਉਹਨੂੰ ਪਤਾ ਨਹੀਂ ਮੈਂ ਕਿਹੜੀ ਜਗ੍ਹਾ 'ਤੇ ਹਾਂ ਅਤੇ ਮੈਂ ਕਿੱਧਰ ਨੂੰ ਜਾਣਾ। ਇਹ ਤਾਂ ਇੱਕ ਫਰਿਸ਼ਤੀ ਰੂਪਾ ਕੋਈ ਸਾਈਕਲ ਵਾਲਾ ਆਇਆ, ਉਹਦੀ ਲੰਘਿਆ, ਸਰਦਾਰ ਜੀ ਸੀ। ਉਸ ਨੇ ਬੰਦੇ ਨੇ ਤਰਸ ਕਰਕੇ ਵੀ ਇਹ ਔਰਤ ਕੁੜੀ ਇਕੱਲੀ ਹੈ, ਇੱਕ ਬੱਚਾ ਦੇ ਕੋਲ, ਬਾਕੀ ਸਾਰੇ ਢੇਰ ਹੋਏ ਪਏ ਆ। ਉਹਨਾਂ ਨੇ ਉਹਨੂੰ ਕਿਹਾ ਵੀ ਭੈਣਾ ਤੂੰ ਮੇਰੇ ਸਾਈਕਲ 'ਤੇ ਪਿੱਛੇ ਬੈਠ ਜਾ। ਮੇਰੀ ਮਦਰ ਬੈਠਦੀ ਨਹੀਂ ਸੀ, ਗੈਰ ਆਦਮੀ ਦੇ ਨਹੀਂ ਉਹ ਬਹਿਣਾ ਚਾਹੁੰਦੀ ਸੀ। ਉਹਨੇ ਕਿਹਾ ਬੀਬੀ ਤੂੰ ਮੇਰੀ ਧਰਮ ਦੀ ਭੈਣ ਹੈ। ਉਹ ਕਹਿੰਦੀ ਵੀਰ ਮੈਂ ਧਰਮ ਦੀ ਭੈਣ, ਚਲੋ ਸਹੀ, ਮੈਂ ਤਾਂ ਇੱਥੇ ਆਪਣਾ ਨਾਲਾ ਵੀ ਨਹੀਂ, ਮੇਰੇ ਕੋਲ ਇੱਥੇ ਕੱਪੜੇ ਸਾਰੇ ਛਾਨੀ ਹੋਏ ਪਏ, ਸਲਵਾਰ ਵੀ ਨਹੀਂ ਬਣ ਸਕਦੀ। ਉਹਨੇ ਫਿਰ ਆਪਣਾ ਤੌਲੀਆ ਲਾ ਕੇ ਦਿੱਤਾ, ਭੈਣਾ ਤੂੰ ਇਹ ਬੰਨ ਲਾ, ਮੈਂ ਮੂੰਹ ਪਰੇ ਕਰ ਲੈਣਾ। ਉਹਨੇ ਮੂੰਹ ਪਰੇ ਕੀਤਾ, ਤੌਲੀਆ ਬੰਨ ਲਿਆ। ਉਹਨੇ ਸਾਈਕਲ 'ਤੇ ਬਿਠਾ ਕੇ ਅਤੇ ਇੱਥੇ ਅਟਾਰੀ ਹਸਪਤਾਲ ਵਿੱਚ ਦਾਖਲ ਕਰਾਇਆ। ਅਤੇ ਮੈਨੂੰ ਪਤਾ ਨਹੀਂ ਕਿਵੇਂ ਉਹਨਾਂ ਨੇ ਕਿੱਥੇ ਬਹਾਇਆ ਹੋਏਗਾ। ਉਹ ਤਾਂ ਵਿਚਾਰੀ ਨੀਂਦ ਦੇ ਉੱਪਰ ਬਿਠਾ ਹੀ ਨਹੀਂ ਸਕਦੀ ਸੀ, ਬੱਚੇ ਨੂੰ ਲੱਕ ਦੇ ਉੱਪਰ ਬਿਠਾਉਣਾ, ਫਿਰ 5 ਸਾਲ ਦਾ ਬੱਚਾ, ਨੂੰ ਕੋਈ 2-4 ਕਿਲੋ ਵਜਨ ਹੋਏਗਾ ਹੀ। ਇਹ ਉਸ ਵੇਲੇ ਦਾ ਮੰਜ਼ਰ ਹੈ, ਬੜਾ ਔਖਾ, ਕਹਿਣਾ ਵੀ ਬੜਾ ਔਖਾ ਹੈ ਅਤੇ ਸੁਣਨਾ ਵੀ ਬੜਾ ਔਖਾ। ਅਤੇ ਜਿਨ੍ਹਾਂ 'ਤੇ ਵਾਪਰਿਆ ਉਹ ਕਿੰਨਾ ਔਖਾ ਹੋਏਗਾ। ਸੋ ਤੁਹਾਡੇ ਬ੍ਰਦਰ ਵੀ ਜਿਹੜੇ ਉਹ ਵੀ ਇਸੇ ਮੰਜ਼ਰ ਨੂੰ ਉਹਨਾਂ ਨੇ ਦੇਖਿਆ, ਔਰ ਦੱਸਿਆ ਜਾਂਦਾ ਹੈ ਕਿ ਤੁਹਾਡੇ ਬ੍ਰਦਰ ਵੀ ਜਿਹੜੇ ਨੇ ਉਹ ਵਿਛੜ ਗਏ ਸੀ ਤੁਹਾਡੇ ਤੋਂ, ਤੁਹਾਨੂੰ ਬਾਅਦ 'ਚੋਂ ਪਤਾ ਲੱਗਾ ਕਿ ਉਹ ਜਿਉਂਦੇ ਨੇ। ਜਿਸ ਵੇਲੇ ਗੋਲੀਬਾਰੀ ਹੋਈ ਸਾਰੇ ਲੋਕ ਮਾਰੇ ਗਏ, 17 ਦੀਆਂ 17, ਕਿਉਂਕਿ ਸਾਰੇ ਲੰਮੇ ਪਏ ਸੀ, ਬਾਰਿਸ਼ ਹੋਈ ਸੀ, ਖੇਤਾਂ ਵਿੱਚ ਪਾਣੀ ਸੀਗਾ, ਭਾਦਰੋਂ ਦਾ ਮਹੀਨਾ ਸੀ। ਅਤੇ ਉਹ ਬਾਕੀ ਇਨਸਾਨ ਨੂੰ ਲੋਥਾਂ ਪਈਆਂ ਦੇਖ ਕੇ ਉਹ ਫਿਰ ਕੋਈ ਰਿਸ਼ਤੇਦਾਰ ਜਿਹੜਾ ਜ਼ਖਮੀ ਹਾਲਤ, ਉਹਨਾਂ ਨੂੰ ਮਤਲਬ ਦੇਖਿਆ ਅਤੇ ਉਹਨਾਂ ਨੇ ਉਹਨੂੰ ਚੁੱਕ ਲਿਆ ਵੀ ਸਾਰੇ ਮਰ ਗਏ, ਇਹ ਬਚ ਗਿਆ। ਉਹ ਸਾਡੇ ਮਦਰ ਨੂੰ 6 ਮਹੀਨੇ ਬਾਅਦ ਪਤਾ ਲੱਗਾ ਅੰਮ੍ਰਿਤਸਰ ਵਿੱਚ ਵੀ ਉਹ ਫਲਾਣੀ ਜਗ੍ਹਾ 'ਤੇ ਤੁਹਾਡੇ ਕੇ ਰਿਸ਼ਤੇਦਾਰ ਕੋਲ ਤੁਹਾਡਾ ਛੋਟਾ ਮੁੰਡਾ ਬਚਿਆ ਹੈ, ਤਾਂ ਉੱਥੋਂ ਬਾਅਦ ਵਿੱਚ ਫਿਰ ਮੇਲ ਹੋਇਆ। ਸੋ ਬਿਲਕੁਲ ਇੱਕ ਕਿਤਾਬ ਵੀ ਜਿਹੜੀ ਹੈ ਉਹ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਇਹ ਕਿਤਾਬ ਜਿਹੜੀ ਸੀ ਕਦੋਂ ਪਬਲਿਸ਼ ਹੋਈ ਸੀ, ਔਰ ਇਸ ਦੇ ਵਿੱਚ ਤੁਹਾਡਾ ਇੱਕ ਆਰਟੀਕਲ ਵੀ ਹੈ। ਉਹ ਆਰਟੀਕਲ ਦਾ ਥੀਮ ਕੀ ਹੈ, ਉਹ ਜਾਣਨਾ ਚਾਹਾਂਗੇ ਕਿ ਇਸ ਦਾ ਥੀਮ ਕੀ ਹੈ। ਇੱਕ ਕਿਤਾਬ ਇਸ ਤੋਂ ਪਹਿਲਾਂ ਛਾਇਆ ਹੋਈ, ਫੋਕਲਰ ਰਿਸਰਚ ਅਕੈਡਮੀ ਨੇ ਤਾਂਗ ਜਨਮ ਭੋਇੰ ਦੀ, ਉਹਦੇ ਵਿੱਚ ਵੀ ਮੈਂ 47 ਦੇ ਬਾਰੇ 'ਚ ਲਿਖਿਆ, ਉਹ ਛਪਿਆ ਹੈ। ਉਸ ਤੋਂ ਬਾਅਦ ਇਹ ਜਿਹੜੀ ਹੈ 2000 ਅਤੇ ਸ਼ਾਇਦ 19 'ਚ ਭੈਣ ਜੀ ਡਾਕਟਰ ਇਕਬਾਲ ਕੌਰ ਨੇ ਸੰਪਾਦਕ ਕੀਤੀ ਹੈ, ਬੁੱਢੇ ਥੀ ਦੀ ਹੂਕੇ ਦਾ ਨਾਂ ਹੈ। ਇਹਦੇ ਵਿੱਚ ਇਹ ਕਹਾਣੀ ਹੈ, ਇਹਦੇ ਵਿੱਚ ਸਿਰਲੇਖ ਇਹ ਹੈ ਵੀ ਜਦੋਂ ਅਸੀਂ ਇੱਕ ਕਹਾਣੀ ਬਣ ਗਏ, ਇਹਦਾ ਪਿਛੋਕੜ ਵਿੱਚ ਇਹ ਹੈ ਵੀ ਦੇਖੋ ਹੱਸਦਾ ਵਸਦਾ ਪਰਿਵਾਰ ਸਾਡਾ ਕੁਝ ਵੀ ਨਹੀਂ ਰਿਹਾ, ਉਜੜ ਗਿਆ ਸਾਰਾ ਕੁਝ, ਕੋਈ ਚੀਜ਼ ਵੀ ਨਹੀਂ ਰਹੀ ਸਾਡੇ ਕੋਲ, ਨਾ ਕੋਈ ਜਾਇਦਾਦ, ਨਾ ਕੋਈ ਆਪਣਾ ਵੀ ਰਹਿ ਗਿਆ। ਤਾਂ ਅਸੀਂ ਜਦੋਂ ਹਰ ਵਾਰੀ 15 ਅਗਸਤ ਆਉਂਦਾ ਵਾ, ਸਾਰੇ ਸਾਡੇ ਕੋਲ ਚੈਨਲ ਵਾਲੇ ਵੀ ਆਉਂਦੇ ਆ, ਖਬਰਾਂ ਵਾਲੇ ਵੀ, ਅਸੀਂ ਛਪਦੀਆਂ, ਸਾਡਾ ਵੀ ਦਿਲ ਕਰਦਾ ਦੁੱਖ ਸਾਂਝੇ ਕਰੀਏ, ਅਤੇ ਅਸੀਂ ਅਖਬਾਰਾਂ ਰਾਹੀਂ ਵੀ ਕਰਦੇ ਹਾਂ। ਤਾਂ ਫਿਰ ਇੱਕ ਕਹਾਣੀ ਬਣ ਗਏ। ਕਦੀ ਗੌਰਮੈਂਟ ਨੇ ਰਿਲਾਈਜ਼ ਨਹੀਂ ਕੀਤਾ ਇਹਨਾਂ ਲੋਕਾਂ ਦੇ ਬਾਰੇ, ਪੰਜਾਬੀਆਂ ਦੇ ਬਾਰੇ, ਨਾ ਹਿੰਦੁਸਤਾਨ ਦੀ ਗੌਰਮੈਂਟ ਨੇ, ਨਾ ਪੰਜਾਬ ਦੀ ਗੌਰਮੈਂਟ ਨੇ, ਨਾ ਪਾਕਿਸਤਾਨ ਦੀ ਗੌਰਮੈਂਟ ਨੇ, ਨਾ ਪਾਕਿਸਤਾਨ ਦੀ ਪੰਜਾਬ ਦੀ ਗੌਰਮੈਂਟ ਨੇ, ਵੀ ਇਹਦਾ ਪਛਤਾਤਾਪ ਕਰੀਏ ਵੀ ਇਹ ਕਿੱਡਾ ਵੱਡਾ ਘੱਲੂਘਾਰਾ ਜਿਹੜਾ ਅਣਚਾਹਿਆ ਵਾਪਰਿਆ। ਔਰ ਉਹਨਾਂ ਸ਼ਕਤੀਆਂ ਨੇ, ਜਿਹੜੇ ਵਿਦੇਸ਼ੀ ਸ਼ਕਤੀਆਂ, ਬਰਤਾਨਵੀ ਸਾਮਰਾਜ ਨੇ ਪਲਾਨਸ਼ੁਦਾ ਢੰਗ ਨਾਲ ਕੀਤਾ, ਉਹ ਤੇ ਪਛਤਾਤਾਪ ਵੀ ਕਰਿਆ ਵੀ ਇਹੋ ਜਿਹਾ ਕਦੀ ਹੋਵੇ ਨਾ। ਸੋ ਭਾਰਤ ਜਿਹੜਾ ਕਿ ਬੜਾ ਵੱਡਾ ਇੱਕ ਦੇਸ਼ ਸੀ, ਜਿਹਦੇ ਵਿੱਚ ਪਾਕਿਸਤਾਨ ਵੀ ਆਉਂਦਾ ਸੀ, ਇੱਕ 71 ਭਾਰਤ ਸੀ ਉਹ। ਅਜਿਹਾ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਮਾਸੂਮ ਜਿਨ੍ਹਾਂ ਦੀ ਜਾਨ ਗਈ ਹੈ, ਕਤਲੇਆਮ ਜਿਨ੍ਹਾਂ ਦਾ ਹੋਇਆ, ਸਿਆਸਤ ਦੀ ਭੇਟ ਚੜ੍ਹੇ ਨੇ? ਬਿਲਕੁਲ ਸਿਆਸਤ ਦੀ ਭੇਟ ਚੜ੍ਹੇ ਨੇ, ਕਿਉਂਕਿ ਇਤਿਹਾਸਕ
ਤੌਰ ਉੱਤੇ ਜਦੋਂ ਪੜ੍ਹਦੇ ਹਾਂ ਸਾਨੂੰ ਪਤਾ ਲੱਗਦਾ ਹੈ ਵੀ ਉਸ ਵੇਲੇ ਮੁੱਖ ਪਾਰਟੀ ਹਿੰਦੁਸਤਾਨ ਦੀ ਜਿਹੜੀ ਆਜ਼ਾਦੀ ਦੀ ਲੜਾਈ ਲੜ ਰਹੀ ਸੀ ਮੁੱਖ ਤੌਰ 'ਤੇ ਕਾਂਗਰਸ ਪਾਰਟੀ ਸੀ। ਔਰ ਕਾਂਗਰਸ ਪਾਰਟੀ ਜਿਸ ਵੇਲੇ ਬਰਤਾਨੀਆ ਨਾਲ ਉਹਨਾਂ ਦੀ ਚਾਲ ਵਿੱਚ ਕਾਬੂ ਆ ਗਏ, ਉਹਨਾਂ ਨੇ ਮੰਨ ਲਿਆ ਟੂ ਨੇਸ਼ਨ ਦੀ ਥਿਊਰੀ ਧਰਮ ਦੇ ਆਧਾਰ ਉੱਪਰ, ਤੇ ਫਿਰ ਕੁਦਰਤੀ ਦੋ ਮਤਲਬ ਕਿ ਜਿਹੜੀਆਂ ਦੋਵਾਂ ਨੂੰ ਮੌਕਾ ਮਿਲਣਾ ਸੀ, ਇੱਕ ਸੀ ਹਿੰਦੂ ਕਮਿਊਨਿਟੀ, ਇੱਕ ਮੁਸਲਮਾਨ ਕਮਿਊਨਿਟੀ। ਤਾਂ ਮੁਸਲਮਾਨ ਹਿੰਦੂ ਕਮਿਊਨਿਟੀ ਨੇ ਜਦੋਂ ਦੋਨੇ ਦੇਸ਼ ਕਿਹਾ ਸੀ ਵੱਖਰੇ ਲੈਣੇ ਹੈ, ਤਾਂ ਉਹਦੇ ਅੱਗੇ ਚਾਹੁੰਦੇ ਸੀ ਬ੍ਰਿਟੇਨੀਆ ਸਰਕਾਰ, ਉਹ ਮੰਨ ਗਏ। ਔਰ ਇਹ ਉਹਦਾ ਅਲੱਗ-ਅਲੱਗ ਹੋਣ ਦੀ ਕੀਤੀ ਗਈ ਸੀ ਕਿ ਹਿੰਦੂ ਅਲੱਗ ਕਰ ਦਿੱਤੇ ਜਾਣ ਤਾਂ ਮੁਸਲਮਾਨ ਅਲੱਗ ਕਰ ਦਿੱਤੇ ਜਾਣ, ਉਹ ਹੋ ਗਏ, ਦੋਵਾਂ ਨੇ ਮੰਨ ਲਏ। ਇੱਕ ਪਾਸੇ ਮਿਸਟਰ ਜਿਨਾਹ ਜਿਹੜਾ ਪਹਿਲਾਂ ਕਾਂਗਰਸ ਵਿੱਚ ਸੰਯੁਕਤ ਭਾਰਤ ਦੀ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ, ਜਦੋਂ ਉਹਨਾਂ ਦੇ ਬਹਿਕਾਵੇ 'ਚ ਆ ਗਿਆ, ਉਹਨੇ ਦੇਖਿਆ ਵੀ ਅਸੀਂ ਹਿੰਦੂਆਂ ਦੇ ਥੱਲੇ ਨਹੀਂ ਲੱਗਣਾ, ਅਤੇ ਹਿੰਦੂ ਕਹਿਣ ਅਸੀਂ ਮੁਸਲਮਾਨ ਥੱਲੇ ਲੱਗਣਾ, ਅਤੇ ਇਹ ਗੱਲ ਤਾਂ ਅੱਗੇ ਹੀ ਅੰਗਰੇਜ਼ ਚਾਹੁੰਦੇ ਸੀ। ਉਹ ਫਿਰ ਇਸ ਕਰਕੇ ਉਹਨਾਂ ਨੂੰ ਇਹ ਗੱਲ ਮੰਨ ਲਈ। ਪਰ ਇੱਕ ਗੱਲ ਜ਼ਰੂਰ ਯਾਦ ਕਰਨੀ ਚਾਹੀਦੀ ਆ, ਮਿਸਟਰ ਜਿਨਾਹ ਨੇ ਬਾਅਦ ਵਿੱਚ ਇਹ ਗੱਲ ਆਪਣੇ ਆਖਰੀ ਬੈੱਡ ਜਿਹੜਾ ਡੈਥ ਬੈੱਡ ਸੀ, ਉਦੋਂ ਉਹਨਾਂ ਨੇ ਲਿਆਕਤ ਅਲੀ ਨੂੰ ਕਿਹਾ, ਮੈਂ ਜੋ ਕਿਹਾ, ਜੋ ਮੈਂ ਚਾਹਿਆ ਸੀ ਉਹ ਨਹੀਂ ਹੋਇਆ, ਮੈਂ ਚਾਹੁੰਦਾ ਸੀ ਹਿੰਦੁਸਤਾਨ ਅਤੇ ਭਾਰਤ ਦੇ ਸੰਬੰਧ ਅਮਰੀਕਾ ਅਤੇ ਕੈਨੇਡਾ ਵਾਂਗੂ ਹੋਣ, ਉਹ ਨਹੀਂ ਹੋਏ। ਔਰ ਲਿਆਕਤ ਅਲੀ ਨੇ ਜੋ ਚਰਚਾ ਵਾ ਇਤਿਹਾਸ ਵਿੱਚ ਵੀ ਉਹਨੇ ਕਿਹਾ ਹੁਣ ਬੁੱਢੇ ਨੂੰ ਅਕਲ ਆਈ ਇਹਨਾਂ ਕੁਝ ਬੰਦੇ ਮਰਵਾ ਕੇ, ਉਹਨੇ ਵੀ। ਔਰ ਉਹ ਜਿਹੜੀ ਪਹਿਲੀ ਤਕਰੀਰ ਪੰਡਿਤ ਜਵਾਹਰ ਲਾਲ ਨਹਿਰੂ ਨੇ 15 ਅਗਸਤ 1947 ਨੂੰ ਕੀਤੀ, ਉਹਨੇ ਕਿਹਾ ਵੀ ਉਹ ਕੌਮ ਕੋਈ ਮਹਾਨ ਨਹੀਂ ਹੁੰਦੀ ਜਿਹਦੀ ਸੋਚ ਜਿਹੜੀ ਸੰਕੀਰਨ ਹੋਵੇ, ਉਹ ਕੌਮ ਕਦੀ ਤਰੱਕੀ ਨਹੀਂ ਕਰ ਸਕਦੀ। ਉਹਨਾਂ ਨੂੰ ਇਹ ਰਿਅਲਾਈਜ਼ ਕੀਤਾ ਵੀ ਜੋ ਹੋਇਆ ਗਲਤ ਹੋਇਆ, ਪਰ ਓਫੀਸ਼ੀਅਲੀ ਕਿਸੇ ਨੇ ਵੀ ਅੱਜ ਤੱਕ ਨਹੀਂ ਇਸ 'ਤੇ ਪਛਤਾਵਾ ਕੀਤਾ। ਜੋ ਮੈਂ ਇਸ ਗੱਲ 'ਤੇ ਇੱਕ ਗੱਲ ਜ਼ਰੂਰ ਚਾਹੁੰਦਾ, ਇਸ ਤੁਹਾਡੇ ਚੈਨਲ ਦੇ ਰਾਹੀਂ ਆਪਣੀ ਜਿਹੜੀ ਯੰਗ ਪੀੜ੍ਹੀ ਹੈ, ਨੌਜਵਾਨ ਜਿਹੜੀ ਕਿ 47 ਤੋਂ ਬਾਅਦ ਤੀਸਰੀ ਪੀੜ੍ਹੀ ਹੈ, ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਬੇਟਾ ਪਹਿਲਾ ਪੰਜਾਬ ਹਿੰਦੂ ਮੁਸਲਮਾਨ ਸਿੱਖ ਭਰਾਵਾਂ ਵਾਂਗੂ ਰਿਸ਼ਤੇਦਾਰੀਆਂ ਵਾਂਗੂ ਰਹਿੰਦੇ ਸੀ, ਹਰ ਇੱਕ ਦੀ ਸਾਂਝ ਸੀ, ਖੂਨੀ ਜਿਹਨੂੰ ਸਾਂਝ ਕਹਿੰਦੇ ਆ। ਅੱਜ ਵੀ ਸਾਂਝ ਕਾਇਮ ਹੈ। ਜਦੋਂ ਮੈਂ 2-3 ਵਾਰੀ ਪਾਕਿਸਤਾਨ ਹੋ ਕੇ ਆਇਆ, ਅੱਜ ਵੀ ਕਾਇਮ ਆ। ਤੁਸੀਂ ਆਪੋ ਆਪਣੀਆਂ ਸਰਕਾਰਾਂ ਨੂੰ ਮਜਬੂਰ ਕਰ ਦਿਓ, ਆਪਸ ਵਿੱਚ ਆਵਾਜਾਈ ਦੇ ਸਾਧਨ, ਵਪਾਰ, ਆਉਣ ਜਾਣ ਦੀ ਸਹੂਲਤ, ਲੇਖਕਾਂ ਦਾ ਆਦਾਨ ਪ੍ਰਦਾਨ ਹੋਵੇ, ਪ੍ਰੋਫੈਸਰਾਂ ਦਾ, ਵਕੀਲਾਂ ਦਾ ਆਦਾਨ ਪ੍ਰਦਾਨ ਹੋਵੇ, ਆਵਾਜਾਈ ਦੇ ਸਾਧਨ ਹੋਣ। ਤੁਸੀਂ ਇੱਧਰ ਆ ਕੇ ਦੇਖੋ, ਅਸੀਂ ਵੀ ਤੁਹਾਡੇ ਵਰਗੇ ਹਾਂ, ਇੱਧਰ ਦੇ ਤੁਹਾਡੇ ਵੱਲ ਜਾ ਕੇ ਵੇਖੋ ਤੁਸੀਂ ਵੀ ਸਾਡੇ ਵਰਗੇ ਹੋ, ਫਿਰ ਲੜਾਈ ਕਿਸ ਗੱਲ ਦੀ ਹੈ? ਬਿਲਕੁਲ, ਤੁਸੀਂ ਬੜੀ ਵਧੀਆ ਗੱਲ ਕੀਤੀ ਹੈ। ਮੈਂ ਇੱਕ ਹੋਰ ਤੁਹਾਡੇ ਕੋਲ ਸਵਾਲ ਪੁੱਛਣਾ ਚਾਹੁੰਦਾ ਕਿ ਭਾਰਤ ਦੇ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਹੈਗਾ ਕਿ ਅਮਨ ਅਤੇ ਸ਼ਾਂਤੀ ਆਵੇ। ਪਾਕਿਸਤਾਨ ਦੇ ਵੀ ਜਿਹੜੇ ਲੋਕ ਨੇ ਉਹ ਵੀ ਇਹ ਸੋਚਦੇ ਨੇ ਕਿ ਅਮਨ ਸ਼ਾਂਤੀ ਆਵੇ, ਲੇਕਿਨ ਕਿਤੇ ਨਾ ਕਿਤੇ ਸਮਝਦੇ ਹੋ ਕਿ ਸਰ ਸਿਆਸਤ ਜਿਹੜੀ ਵਿੱਚ ਹੈ ਉਹ ਨਹੀਂ ਚਾਹੁੰਦੀ ਕਿ ਅਮਨ ਸ਼ਾਂਤੀ ਆਵੇ। ਦੇਖੋ ਰਾਜਨੇਤਾ ਜਿਹੜੇ ਆ ਨਾ, ਜਿਹੜੇ ਮੌਕਾ ਪ੍ਰਸਤ ਰਾਜਨੇਤਾ ਹੁੰਦੇ ਆ, ਅੱਜ ਜੋ ਸਿਸਟਮ ਚੱਲਦਾ ਪਿਆ ਪੂੰਜੀਵਾਦੀ ਸਿਸਟਮ, ਉਹਦੇ ਵਿੱਚ ਮੁਨਾਫਾ ਮੁੱਖ ਹੈ। ਉਹ ਮੁਨਾਫਾ ਜਿਹੜਾ ਮੁੱਖ ਕਰਕੇ ਹੀ ਇਹ ਸਾਰਾ ਕੁਝ ਵਾਦ ਵਿਵਾਦ ਚੱਲਦਾ ਪਿਆ। ਅਗਰ ਦੇਖੋ ਜੇ ਆਪਣਾ ਸੱਭਿਆਚਾਰ ਨੂੰ ਆਪਾਂ ਉਜਾਗਰ ਕਰੀਏ ਤਾਂ ਸਾਡਾ ਬੜਾ ਮਿਲਵਰਤਨ ਵਾਲਾ ਸੱਭਿਆਚਾਰ ਆ। ਅੱਜ ਵੀ ਮੈਨੂੰ ਆਸ ਹੈ ਜੇ ਪੰਜਾਬ ਦੇ ਲੋਕ ਪਹਿਲ ਕਦਮੀ ਕਰਨ, ਇਹ ਸਾਊਥ ਏਸ਼ੀਆ ਦੇ ਜਿੰਨੇ ਦੇਸ਼ ਹੈ ਛੋਟੇ ਵੱਡੇ, ਸਾਰਿਆਂ ਨੂੰ ਰਾਹ ਦਿਖਾਏਗਾ। ਪੰਜਾਬ ਅਮਨ ਪ੍ਰੇਰਿਤ ਕਰੇਗਾ ਔਰ ਸਭ ਨੂੰ ਅਮਨ ਸ਼ਾਂਤੀ ਨਾਲ ਵਧਣ ਫੁੱਲਣ ਦੇ ਮੌਕੇ ਮਿਲਣਗੇ। ਅਸੀਂ ਵੀ ਚਾਹੁੰਦੇ ਹੁਣ ਵੀ ਜੋ ਹੋਣਾ ਹੋ ਗਿਆ ਉਹਨੂੰ ਭੁੱਲ ਜਾਓ, ਉਹਨੂੰ ਭੁੱਲ ਜਾਓ। ਅਗਾਂਹ ਵਾਸਤੇ ਜਿਹੜਾ ਫਿਰ ਉਹ ਮਿਲਵਰਤਨ ਦੀ ਭਾਵਨਾ ਨਾਲ ਅੱਗੇ ਵਧੀਏ। ਤੁਹਾਡਾ ਪਾਕਿਸਤਾਨ ਵੀ ਜ਼ਿੰਦਾਬਾਦ ਰਹੇ, ਸਾਡਾ ਹਿੰਦੁਸਤਾਨ ਵੀ ਜ਼ਿੰਦਾਬਾਦ ਰਹੇ, ਔਰ ਪੰਜਾਬੀਆਂ ਦਾ ਭਾਈਚਾਰਾ ਫਿਰ ਅੱਗੇ ਵਾਂਗੂ ਬਹਾਲ ਹੋਵੇ। ਮੈਂ ਤਾਂ ਇਹੀ ਚਾਹੁੰਦਾ। ਅਤੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ, ਤੁਸੀਂ ਇਹ ਸਾਡੀ ਇੰਟਰਵਿਊ ਲੈ ਕੇ ਮੇਰੇ ਵਿਚਾਰ ਜਿਹੜੇ ਆ ਯੰਗ ਪੀੜ੍ਹੀ ਤੱਕ ਪਹੁੰਚਾਉਣ ਦਾ ਕੋਸ਼ਿਸ਼ ਕੀਤੀ ਹੈ। ਮੈਂ ਵੀ ਤੁਹਾਡਾ ਬਹੁਤ ਬਿਲਕੁਲ ਧੰਨਵਾਦ ਜੀ। ਸੋ ਇਹ ਸਨ ਗਿਆਨੀ ਗੁਰਦੀਪ ਸਿੰਘ ਜੀ, ਜਿਨ੍ਹਾਂ ਨੇ 1947 ਦਾ ਜਿਹੜਾ ਮੰਜ਼ਰ ਹੈ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ, ਔਰ ਅੱਜ ਵੀ ਉਹ ਇਹੀ ਚਾਹੁੰਦੇ ਨੇ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਵਿੱਚ ਆਪਸੀ ਭਾਈਚਾਰਾ ਜਿਹੜਾ ਬਣਿਆ ਰਹੇ, ਸ਼ਾਂਤੀ ਬਣੀ ਰਹੇ ਔਰ ਸਾਰੇ ਹੀ ਖੁਸ਼ਹਾਲ ਰਹੇ। ਕੈਮਰਾਮੈਨ ਮਨੋਜ ਭਗਤ ਦੇ ਨਾਲ ਵਿਸ਼ਾਲ ਸ਼ਰਮਾ, ਲਾਈਵ ਭਾਰਤ, ਅੰਮ੍ਰਿਤਸਰ।